ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਸੰਘੇੜਾ। ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਇਮੀਗ੍ਰੇਸ਼ਨ ਫੀਸ ਦੇ ਵਿੱਚ ਵਾਧਾ, ਨਵੀਂ ਲਿਸਟ ਹੋਈ ਜਾਰੀ। ਹੈਮਬੋਲਡ ਬ੍ਰੋਨੋਕੋਸ ਹਾਦਸੇ ਨੂੰ ਹੋਏ 4 ਸਾਲ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸਾਂਝੀ ਕੀਤੀ ਪੋਸਟ। ਇਸ ਵਾਰ ਦਾ ਬਜਟ ਹੋਵੇਗਾ ਖਾਸ, ਜਾਣੋ ਕਿਹਨਾਂ ਤੇ ਲੱਗੇਗੀ ਰੋਕ। $300 ਮਿਲੀਅਨ ਦੀ ਮਦਦ ਦਾ ਐਲਾਨ, ਜਾਣੋ ਯੂਕਰੇਨ ਵਾਸੀ ਕਿਵੇਂ ਲੈ ਸਕਣਗੇ ਨੌਕਰੀ। ਪੰਜਾਬਣ ਦੇ ਕਤਲ ਦਾ ਮਾਮਲਾ, ਪੁਲਿਸ ਨੇ ਕੀਤੀ ਕਾਰਵਾਈ। ਕੈਨੇਡਾ ਵਿੱਚ ਹੁਣ ਪੀਆਰ ਲੈਣੀ ਮਹਿੰਗੀ ਹੋ ਗਈ ਹੈ। ਜੀ ਹਾਂ, IRCC ਵੱਲੋਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਹੈ ਕਿ ਹੁਣ ਵੱਖ-ਵੱਖ ਜਿਹੜੇ ਇਮੀਗ੍ਰੇਸ਼ਨ ਦੇ ਪ੍ਰੋਸੈਸ ਨੇ ਉਹਨਾਂ ਦੀਆਂ ਫੀਸਾਂ ਦੇ ਵਿੱਚ ਵਾਧਾ ਕੀਤਾ ਜਾ ਰਿਹਾ ਹੈ। ਇਮੀਗ੍ਰੇਸ਼ਨ ਦੀ ਫੀਸ ਜੋ ਵਧਾਈ ਜਾ ਰਹੀ ਹੈ, ਇਸ ਬਾਰੇ ਡੀਟੇਲ ਸਾਹਮਣੇ ਆਈ ਹੈ, ਜਿੱਥੇ ਦੱਸਿਆ ਗਿਆ ਹੈ ਕਿ ਕਿੰਨੀ ਇਮੀਗ੍ਰੇਸ਼ਨ ਫੀਸ ਜੋ ਪਹਿਲਾਂ ਸੀ ਉਸ ਵਿੱਚ ਹੁਣ ਵਾਧਾ ਕੀਤਾ ਗਿਆ ਹੈ। ਇਸ ਬਾਰੇ ਪੂਰੀ ਡੀਟੇਲ ਤੁਹਾਨੂੰ ਦੱਸਾਂਗੇ ਇਸ ਖਬਰ ਵਿੱਚ। ਕੈਨੇਡਾ ਸਰਕਾਰ ਵੱਲੋਂ ਇਮੀਗ੍ਰੇਸ਼ਨ ਫੀਸਾਂ ਦੇ ਵਿੱਚ ਵਾਧਾ ਕੀਤਾ ਗਿਆ। 2022 ਦੇ ਵਾਸਤੇ ਇਮੀਗ੍ਰੇਸ਼ਨ ਫੀਸਾਂ ਦੇ ਵਿੱਚ ਜੋ ਵਾਧਾ ਹੋਇਆ ਉਸ ਬਾਰੇ ਹੁਣ ਡੀਟੇਲ ਸਾਹਮਣੇ ਆਈ ਹੈ। 30 ਅਪ੍ਰੈਲ ਤੋਂ ਹੀ ਕੈਨੇਡਾ ਵੱਲੋਂ ਸਾਰੀਆਂ PR ਐਪਲੀਕੇਸ਼ਨਸ ਵਾਸਤੇ ਫੀਸ ਦੇ ਵਿੱਚ ਵਾਧਾ ਕੀਤਾ ਜਾ ਰਿਹਾ ਹੈ। ਇਹ ਵਾਧਾ ਇਕਨੋਮਿਕ, PR, ਫੈਮਿਲੀ ਅਤੇ ਹਿਊਮੈਨਿਟੇਰੀਅਨ ਕਲਾਸਿਸ ਦੇ ਉੱਪਰ ਲਾਗੂ ਹੋਵੇਗਾ। IRCC ਵੱਲੋਂ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਗਿਆ ਸੀ ਕਿ ਉਹਨਾਂ ਵੱਲੋਂ ਹਰ 2 ਸਾਲ ਦੇ ਵਿੱਚ ਫੀਸ ਵਧਾਈ ਜਾਵੇਗੀ। ਇਸ ਬਾਰੇ ਜੋ ਡੀਟੇਲ ਸਾਹਮਣੇ ਆਈ ਹੈ ਉਹ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਤੁਹਾਨੂੰ ਦੱਸਦੇ ਹਾਂ ਕਿ ਮੌਜੂਦਾ ਸਮੇਂ ਕਿਸ ਪ੍ਰੋਗਰਾਮ ਦੀ ਕਿੰਨੀ ਫੀਸ ਸੀ ਤੇ ਹੁਣ ਇਸ ਵਿੱਚ ਕਿੰਨਾ ਵਾਧਾ ਕੀਤਾ ਗਿਆ। ਰਾਈਟ ਆਫ PR ਫੀਸ ਜੋ ਕਿ ਮੌਜੂਦਾ ਸਮੇਂ $500 ਸੀ, ਇਸ ਨੂੰ ਵਧਾ ਕੇ $515 ਕਰ ਦਿੱਤਾ ਗਿਆ। ਫੈਡਰਲ ਹਾਈ ਸਕਿਲਡ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ ਅਤੇ ਕਿਊਬਿਕ ਸਕਿਲਡ ਵਰਕਰਸ ਐਟਲਾਂਟਿਕ ਇਮੀਗ੍ਰੇਸ਼ਨ ਕਲਾਸ ਐਂਡ ਮੋਸਟ ਇਕਨੋਮਿਕ ਪਾਇਲਟਸ ਵਾਸਤੇ ਮੌਜੂਦਾ ਸਮੇਂ $825 ਦੀ ਫੀਸ ਸੀ, ਜਿਸ ਨੂੰ ਹੁਣ $850 ਕੀਤਾ ਗਿਆ। ਸਪਾਊਸ ਅਤੇ ਕਾਮਨ ਲਾਅ ਪਾਰਟਨਰ ਵਾਸਤੇ ਮੌਜੂਦਾ ਫੀਸ $825 ਸੀ, ਜਿਸ ਨੂੰ ਵਧਾ ਕੇ $850 ਕਰ ਦਿੱਤਾ ਗਿਆ। ਡਿਪੈਂਡੈਂਟ ਚਾਈਲਡ ਵਾਸਤੇ $225 ਤੋਂ ਹੁਣ $230 ਕਰ ਦਿੱਤੇ ਗਏ ਨੇ। ਲਿਵ ਇਨ ਕੇਅਰ ਗਿਵਰ ਪ੍ਰੋਗਰਾਮ ਕੇਅਰ ਗਿਵਰ ਪਾਇਲਟਸ ਦੇ ਵਾਸਤੇ ਪ੍ਰਿੰਸੀਪਲ ਐਪਲੀਕੈਂਟਸ ਲਈ $550 ਤੋਂ ਵਧਾ ਕੇ $570। ਸਪਾਊਸ ਤੇ ਕਾਮਨ ਲਾਅ ਪਾਰਟਨਰ ਵਾਸਤੇ $550 ਤੋਂ ਵਧਾ ਕੇ $570। ਡਿਪੈਂਡੈਂਟ ਚਾਈਲਡ ਦੇ ਵਾਸਤੇ $150 ਤੋਂ ਵਧਾ ਕੇ $155 ਫੀਸ ਕਰ ਦਿੱਤੀ ਗਈ ਹੈ। ਬਿਜ਼ਨਸ ਕੈਟੇਗਰੀ ਦੇ ਵਿੱਚ ਪ੍ਰਿੰਸੀਪਲ ਐਪਲੀਕੈਂਟਸ ਲਈ $1,575 ਤੋਂ ਵਧਾ ਕੇ $1,625। ਸਪਾਊਸ ਕਾਮਨ ਲਾਅ ਪਾਰਟਨਰ ਵਾਸਤੇ $825 ਤੋਂ ਵਧਾ ਕੇ $850। ਡਿਪੈਂਡੈਂਟ ਚਾਈਲਡ ਦੇ ਵਾਸਤੇ $225 ਤੋਂ ਵਧਾ ਕੇ $230 ਕਰ ਦਿੱਤੀ ਗਈ। ਫੈਮਿਲੀ ਰੀਯੂਨੀਫਿਕੇਸ਼ਨ, ਜਿਸ ਦੇ ਵਿੱਚ ਅਲੱਗ-ਅਲੱਗ ਫੀਸਸ ਸ਼ਾਮਲ ਨੇ, ਉਹਨਾਂ ਦੀ ਜਾਣਕਾਰੀ ਮੁਤਾਬਕ ਸਪਾਂਸਰਸ਼ਿਪ ਫੀਸ $75 ਤੋਂ $75 ਹੀ ਰਹੇਗੀ। ਸਪਾਂਸਰਡ ਪ੍ਰਿੰਸੀਪਲ ਐਪਲੀਕੈਂਟਸ ਦੇ ਲਈ $475 ਤੋਂ $490। ਸਪਾਂਸਰਡ ਡਿਪੈਂਡੈਂਟ ਚਾਈਲਡ $75। ਅਕੰਪਨਿੰਗ ਸਪਾਊਸ ਔਰ ਕਾਮਨ ਲਾਅ ਪਾਰਟਨਰ $550 ਤੋਂ $570। ਅਕੰਪਨਿੰਗ ਡਿਪੈਂਡੈਂਟ ਚਾਈਲਡ $150 ਤੋਂ $155 ਕਰ ਦਿੱਤੇ ਗਏ ਨੇ। ਪ੍ਰੋਟੈਕਟਿਡ ਪਰਸਨਸ ਦੇ ਵਿੱਚ ਪ੍ਰਿੰਸੀਪਲ ਐਪਲੀਕੈਂਟਸ ਲਈ $550 ਤੋਂ $570। ਅਕੰਪਨਿੰਗ ਸਪਾਊਸ ਐਂਡ ਕਾਮਨ ਲਾਅ ਪਾਰਟਨਰ $550 ਤੋਂ $570। ਅਕੰਪਨਿੰਗ ਡਿਪੈਂਡੈਂਟ ਚਾਈਲਡ $150 ਤੋਂ $155। ਹਿਊਮੈਨਿਟੇਰੀਅਨ ਦੇ ਵਿੱਚ ਪ੍ਰਿੰਸੀਪਲ ਐਪਲੀਕੈਂਟਸ ਲਈ $550 ਤੋਂ $570। ਅਕੰਪਨਿੰਗ ਸਪਾਊਸ ਔਰ ਕਾਮਨ ਲਾਅ ਪਾਰਟਨਰ ਵਾਸਤੇ $550 ਤੋਂ $570। ਅਕੰਪਨਿੰਗ ਡਿਪੈਂਡੈਂਟ ਚਾਈਲਡ $150 ਤੋਂ ਵਧਾ ਕੇ $155 ਕਰ ਦਿੱਤੇ ਗਏ। ਪਰਮਿਟ ਹਾਊਸ ਦੇ ਲਈ $325 ਤੋਂ $335 ਫੀਸ ਕਰ ਦਿੱਤੀ ਗਈ ਹੈ। ਹੈਮਬੋਲਡ ਬ੍ਰੋਨੋਕੋਸ ਹਾਦਸੇ ਨੂੰ 4 ਸਾਲ ਦਾ ਸਮਾਂ ਹੋ ਚੁੱਕਿਆ ਹੈ, ਜਿਸ ਤੋਂ ਬਾਅਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਦੁੱਖ ਸਾਂਝਾ ਕੀਤਾ। ਇਸ ਮੌਕੇ ਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਇੱਕ ਸਟੇਟਮੈਂਟ ਜਾਰੀ ਕੀਤੀ ਗਈ। ਦੱਸ ਦਈਏ ਕਿ 4 ਸਾਲ ਪਹਿਲਾਂ ਜਿਹੜਾ ਹਾਦਸਾ ਵਾਪਰਿਆ ਸੀ, ਇੱਥੇ ਖਿਡਾਰੀਆਂ ਨੂੰ ਲੈ ਕੇ ਜਾ ਰਹੀ ਬੱਸ ਦਾ ਟਰੱਕ ਦੇ ਨਾਲ ਐਕਸੀਡੈਂਟ ਹੋ ਗਿਆ, ਜਿਸ ਵਿੱਚ ਕਈਆਂ ਦੀ ਮੌਤ ਹੋ ਗਈ ਸੀ ਤੇ ਕਈ ਜਾਣੇ ਜ਼ਖਮੀ ਵੀ ਹੋਏ। ਹੁਣ ਇਸ ਬਾਰੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕੀ ਕਿਹਾ ਗਿਆ, ਤੁਹਾਨੂੰ ਦੱਸਾਂਗੇ ਇਸ ਖਬਰ ਵਿੱਚ। ਹੰਬੋਲਡ ਬ੍ਰੋਨੋਕੋਸ ਹਾਦਸੇ ਨੂੰ 4 ਸਾਲ ਦਾ ਸਮਾਂ ਹੋ ਚੁੱਕਿਆ ਹੈ, ਜਿਸ ਤੋਂ ਬਾਅਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਵੀ ਇਸ ਸੰਬੰਧੀ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਪਰ ਪੋਸਟ ਸਾਂਝੀ ਕੀਤੀ ਗਈ। ਪ੍ਰੋਵਿੰਸ ਦੇ ਵਿੱਚ ਅੱਜ ਇਸ ਹਾਦਸੇ ਨੂੰ ਯਾਦ ਕੀਤਾ ਜਾ ਰਿਹਾ ਹੈ, ਜੋ ਕਿ 4 ਸਾਲ ਪਹਿਲਾਂ ਵਾਪਰਿਆ ਸੀ। ਇਸ ਹਾਦਸੇ ਵਿੱਚ 16 ਜਾਣਿਆਂ ਦੀ ਮੌਤ ਹੋ ਗਈ ਸੀ ਤੇ 13 ਜਾਣੇ ਜ਼ਖਮੀ ਪਾਏ ਗਏ। ਦਰਅਸਲ ਜਿਸ ਵਿੱਚ ਖਿਡਾਰੀ ਜਾ ਰਹੇ ਸਨ, ਉਸ ਬੱਸ ਦੀ ਟੱਕਰ ਇੱਕ ਸੈਮੀ ਟਰੱਕ ਦੇ ਨਾਲ ਹੋ ਗਈ। ਇਹ ਹਾਦਸਾ ਅਪ੍ਰੈਲ 2018 ਦੇ ਵਿੱਚ ਵਾਪਰਿਆ ਸੀ। ਹੁਣ ਇਸ ਹਾਦਸੇ ਦੇ 4 ਸਾਲ ਹੋਣ ਤੋਂ ਬਾਅਦ ਇਸ ਨੂੰ ਯਾਦ ਕਰਦਿਆਂ ਕਈ ਤਰ੍ਹਾਂ ਦੀਆਂ ਵੀਡੀਓ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਪਰ ਵੀ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ।
ਦੱਸ ਦਈਏ ਕਿ ਇਸ ਹਾਦਸੇ ਵਿੱਚ ਜਸਕੀਰਤ ਸਿੰਘ ਸਿੱਧੂ ਨੂੰ ਜ਼ਿੰਮੇਵਾਰ ਪਾਇਆ ਗਿਆ ਸੀ, ਜਿਨ੍ਹਾਂ ਦੇ ਉੱਪਰ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ। ਇਸ ਮਾਮਲੇ ਦੇ ਸੰਬੰਧ ਵਿੱਚ ਜਸਕੀਰਤ ਸਿੰਘ ਸਿੱਧੂ ਨੂੰ ਗਿਲਟੀ ਪਾਇਆ ਗਿਆ। ਇਸ ਤੋਂ ਬਾਅਦ ਸਿੱਧੂ ਨੂੰ 8 ਸਾਲ ਦੀ ਸਜ਼ਾ ਸੁਣਾਈ ਗਈ ਸੀ। ਦੱਸਣਯੋਗ ਹੈ ਕਿ ਇਸ ਐਨੀਵਰਸਰੀ ਦੇ ਮੌਕੇ ਦੇ ਉੱਪਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਪਰ ਇੱਕ ਪੋਸਟ ਸਾਂਝੀ ਕੀਤੀ, ਜਿੱਥੇ ਉਹਨਾਂ ਵੱਲੋਂ ਇਸ ਹਾਦਸੇ ਦਾ ਜ਼ਿਕਰ ਕੀਤਾ ਗਿਆ। ਇਸ ਮੌਕੇ ਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਜੋ ਕੁਝ ਵੀ ਹੋਇਆ ਉਸ ਨੂੰ ਅਸੀਂ ਵਾਪਸ ਤਾਂ ਨਹੀਂ ਲੈ ਕੇ ਆ ਸਕਦੇ, ਪਰ ਅਸੀਂ ਇੰਨਾ ਜ਼ਰੂਰ ਕਰ ਸਕਦੇ ਹਾਂ ਕਿ ਭਵਿੱਖ ਵਿੱਚ ਕਾਫੀ ਸਾਵਧਾਨ ਰਹੀਏ। ਟਰੂਡੋ ਵੱਲੋਂ ਜਿਹੜੀ ਸਟੇਟਮੈਂਟ ਜਾਰੀ ਕੀਤੀ ਗਈ, ਇਸ ਵਿੱਚ ਉਹਨਾਂ ਨੇ ਕਿਹਾ ਕਿ ਇਸ ਹਾਦਸੇ ਤੋਂ ਬਾਅਦ ਹੁਣ ਸਾਰੇ ਮੋਟਰ ਕੋਚਸ ਦੇ ਵਿੱਚ ਸੀਟ ਬੈਲਟਸ ਨੂੰ ਜ਼ਰੂਰੀ ਕੀਤਾ ਗਿਆ ਹੈ ਤੇ ਕਈ ਹੋਰ ਵੀ ਨਵੇਂ ਨਿਯਮ ਲਾਗੂ ਕੀਤੇ ਗਏ। ਆਪਣੀ ਸਟੇਟਮੈਂਟ ਦੇ ਵਿੱਚ ਉਹਨਾਂ ਵੱਲੋਂ ਪੀੜਤ ਪਰਿਵਾਰਾਂ ਦੇ ਨਾਲ ਦਰਦ ਸਾਂਝਾ ਕੀਤਾ ਗਿਆ। ਕੱਲ ਫੈਡਰਲ ਸਰਕਾਰ ਵੱਲੋਂ ਬਜਟ ਪੇਸ਼ ਕੀਤਾ ਜਾਵੇਗਾ। ਸਭ ਦੀਆਂ ਨਿਗਾਹਾਂ ਇਸ ਬਜਟ ਦੇ ਉੱਪਰ ਟਿਕੀਆਂ ਹੋਈਆਂ ਨੇ। ਇਸ ਬਾਰੇ ਐਨਡੀਪੀ ਲੀਡਰ ਜਗਮੀਤ ਸਿੰਘ ਵੱਲੋਂ ਵੀ ਕਿਹਾ ਗਿਆ ਸੀ ਕਿ ਉਹ ਵੀ ਲਗਾਤਾਰ ਇਸ ਦੇ ਉੱਪਰ ਨਜ਼ਰ ਬਣਾਏ ਹੋਏ ਨੇ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਫੋਰਨ ਹੋਮ ਬਾਇਰਸ ਦੇ ਉੱਪਰ ਰੋਕ ਲਗਾਈ ਜਾ ਸਕਦੀ ਹੈ ਤੇ ਹੋਰ ਵੀ ਕਾਫੀ ਕੁਝ ਇਸ ਬਜਟ ਦੇ ਵਿੱਚ ਖਾਸ ਰਹਿਣ ਵਾਲਾ ਹੈ। ਕੱਲ ਫੈਡਰਲ ਸਰਕਾਰ ਵੱਲੋਂ ਜਿਹੜਾ ਬਜਟ ਪੇਸ਼ ਕੀਤਾ ਜਾਵੇਗਾ, ਇਹ ਖਾਸ ਹੋਣ ਵਾਲਾ ਹੈ। ਇਸ ਵਿੱਚ ਹਾਊਸ ਅਫੋਰਡੇਬਿਲਟੀ ਇੱਕ ਮੇਨ ਫੀਚਰ ਹੋਣ ਵਾਲਾ ਹੈ। ਬਜਟ ਤੋਂ ਪਹਿਲਾਂ ਕਈ ਤਰ੍ਹਾਂ ਦੀਆਂ ਕਿਆਸ ਰਾਈਆਂ ਲਗਾਈਆਂ ਜਾ ਰਹੀਆਂ ਨੇ। ਕਿਹਾ ਜਾ ਰਿਹਾ ਹੈ ਕਿ ਫੈਡਰਲ ਬਜਟ ਦੇ ਵਿੱਚ ਫੋਰਨ ਹੋਮ ਬਾਇਰਸ ਦੇ ਉੱਪਰ ਬੈਨ ਸ਼ਾਮਿਲ ਹੋ ਸਕਦਾ ਹੈ। ਇਸ ਬਜਟ ਵਿੱਚ ਟੈਕਸ ਫ੍ਰੀ ਫਰਸਟ ਹੋਮ ਸੇਵਿੰਗ ਅਕਾਊਂਟ ਦਾ ਜ਼ਿਕਰ ਹੋ ਸਕਦਾ ਹੈ, ਜਿਸ ਨਾਲ ਕੈਨੇਡੀਅਨਸ ਨੂੰ ਫਾਇਦਾ ਹੋਵੇਗਾ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਬਜਟ ਦੇ ਵਿੱਚ ਅਗਲੇ 5 ਸਾਲਾਂ ਵਾਸਤੇ $10 ਬਿਲੀਅਨ ਹਾਊਸਿੰਗ ਪੈਕੇਜ ਰੱਖਿਆ ਜਾ ਸਕਦਾ ਹੈ। ਜਿਸ ਫੋਰਨ ਬਾਇਰਸ ਬੈਨ ਦੀ ਗੱਲ ਕੀਤੀ ਜਾ ਰਹੀ ਹੈ, ਉਹ ਕੌਂਡੋਸ, ਅਪਾਰਟਮੈਂਟ, ਸਿੰਗਲ ਰੈਜ਼ੀਡੈਂਸ਼ੀਅਲ ਯੂਨਿਟਸ ਦੇ ਉੱਪਰ ਲਾਗੂ ਹੋਵੇਗਾ। ਇਸ ਤੋਂ ਇਲਾਵਾ ਨਵੇਂ ਮੈਸ਼ਰ ਵਿੱਚੋਂ ਪੀਆਰ, ਫੋਰਨ ਵਰਕਰਸ ਤੇ ਸਟੂਡੈਂਟਸ ਨੂੰ ਬਾਹਰ ਰੱਖਿਆ ਜਾਵੇਗਾ। ਜ਼ਿਕਰਯੋਗ ਹੈ ਕਿ ਐਨਡੀਪੀ ਲੀਡਰ ਜਗਮੀਤ ਸਿੰਘ ਵੱਲੋਂ ਇਹ ਗੱਲ ਕਹੀ ਗਈ ਸੀ ਕਿ ਉਹਨਾਂ ਦੀਆਂ ਬਜਟ ਦੇ ਉੱਪਰ ਨਜ਼ਰਾਂ ਬਣੀਆਂ ਹੋਈਆਂ ਨੇ, ਕਿਉਂਕਿ ਐਨਡੀਪੀ ਪਾਰਟੀ ਵੱਲੋਂ ਲਿਬਰਲ ਪਾਰਟੀ ਦੇ ਨਾਲ ਇੱਕ ਡੀਲ ਕੀਤੀ ਗਈ, ਜਿਸ ਮੁਤਾਬਕ 2025 ਤੱਕ ਐਨਡੀਪੀ ਵੱਲੋਂ ਲਿਬਰਲਸ ਨੂੰ ਸਪੋਰਟ ਕੀਤਾ ਜਾਵੇਗਾ ਤਾਂ ਕਿ ਉਹ ਸੱਤਾ ਦੇ ਵਿੱਚ ਰਹਿਣ। ਇਸ ਤੋਂ ਬਾਅਦ ਐਨਡੀਪੀ ਵੱਲੋਂ ਡੇ ਕੇਅਰ ਪ੍ਰੋਗਰਾਮ ਦੇ ਬਾਰੇ ਜ਼ਿਕਰ ਕੀਤਾ ਗਿਆ ਸੀ। ਹੁਣ ਐਨਡੀਪੀ ਪਾਰਟੀ ਦਾ ਧਿਆਨ ਇਸ ਬਜਟ ਦੇ ਉੱਪਰ ਬਣਿਆ ਹੋਇਆ ਹੈ ਕਿ ਇਸ ਪ੍ਰੋਗਰਾਮ ਦੇ ਬਾਰੇ ਬਜਟ ਦੇ ਵਿੱਚ ਕੀ ਕਿਹਾ ਜਾਂਦਾ ਹੈ। ਓਨਟਾਰੀਓ ਵੱਲੋਂ $300 ਮਿਲੀਅਨ ਦੀ ਮਦਦ ਦਾ ਐਲਾਨ ਕੀਤਾ ਗਿਆ। ਇਹ ਮਦਦ ਯੂਕਰੇਨ ਤੋਂ ਆਉਣ ਵਾਲੇ ਲੋਕਾਂ ਲਈ ਹੋਏਗੀ। ਪ੍ਰੀਮੀਅਰ ਡਗ ਫੂਡ ਵੱਲੋਂ ਅੱਜ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਕਿਵੇਂ ਜਿਹੜੇ ਯੂਕਰੇਨ ਤੋਂ ਰਿਫਿਊਜੀ ਆਉਣਗੇ ਉਹ ਪ੍ਰੋਵਿੰਸ ਦੇ ਵਿੱਚ ਨੌਕਰੀ ਹਾਸਲ ਕਰ ਸਕਦੇ ਨੇ। ਇਸ ਵਾਸਤੇ ਇੱਕ ਨੰਬਰ ਜਾਰੀ ਕੀਤਾ ਗਿਆ ਹੈ, ਜਿਸ ਤੇ ਸੰਪਰਕ ਕਰਕੇ ਇੰਪਲੋਇਰ ਨਾਲ ਸਿੱਧੀ ਗੱਲ ਕੀਤੀ ਜਾ ਸਕੇਗੀ। ਓਨਟਾਰੀਓ ਵੱਲੋਂ ਯੂਕਰੇਨ ਤੋਂ ਆਉਣ ਵਾਲੇ ਰਿਫਿਊਜੀਆਂ ਦੀ ਮਦਦ ਵਾਸਤੇ ਅੱਜ ਵੱਡੀ ਜਾਣਕਾਰੀ ਸਾਂਝੀ ਕੀਤੀ ਗਈ, ਜਿੱਥੇ $300 ਮਿਲੀਅਨ ਦੀ ਸਪੋਰਟ ਦੇ ਬਾਰੇ ਪ੍ਰੀਮੀਅਰ ਡਗ ਫੂਡ ਵੱਲੋਂ ਐਲਾਨ ਕੀਤਾ ਗਿਆ। ਹੁਣ ਜਿਹੜੇ ਵੀ ਯੂਕਰੇਨ ਰਿਫਿਊਜੀ ਇੱਥੇ ਸੂਬੇ ਦੇ ਵਿੱਚ ਆਉਣਗੇ, ਉਹਨਾਂ ਨੂੰ ਨੌਕਰੀ ਕਿਵੇਂ ਹਾਸਲ ਹੋਏਗੀ, ਇਸ ਬਾਰੇ ਪ੍ਰੋਵਿੰਸ ਤੋਂ ਜਾਣਕਾਰੀ ਸਾਹਮਣੇ ਆਈ ਹੈ। ਇਸ ਵਾਸਤੇ ਨੰਬਰ ਜਾਰੀ ਕੀਤਾ ਗਿਆ, ਜਿਸ ਨਾਲ ਯੂਕਰੇਨ ਤੋਂ ਆਉਣ ਵਾਲੇ ਲੋਕ ਸਿੱਧੇ ਤੌਰ ਤੇ ਉੱਪਰ ਇੰਪਲੋਇਰ ਨਾਲ ਸੰਪਰਕ ਕਰ ਸਕਣਗੇ। ਇੱਕ ਨਿਊਜ਼ ਰਿਲੀਜ਼ ਦੇ ਰਾਹੀਂ ਜਾਣਕਾਰੀ ਸਾਂਝੀ ਕਰਦਿਆਂ ਹੌਟਲਾਈਨ ਨੰਬਰ ਜਾਰੀ ਕੀਤਾ ਗਿਆ, ਜਿੱਥੇ 1888562476 ਦੇ ਉੱਪਰ ਜਾਂ ਫਿਰ ukrainianjobs@ontario.ca ਦੇ ਉੱਪਰ ਸੰਪਰਕ ਕਰਕੇ ਨੌਕਰੀ ਹਾਸਲ ਕੀਤੀ ਜਾ ਸਕਦੀ ਹੈ। ਸੂਬੇ ਤੋਂ ਹੁਣ ਇਸ ਬਾਰੇ ਹੋਰ ਕੀ ਡਿਟੇਲ ਸਾਹਮਣੇ ਆਈ ਹੈ, ਆਓ ਤੁਹਾਨੂੰ ਸੁਣਾਉਂਦੇ ਹਾਂ। People of Ukraine have been under attack by the full force of the Russian army. And while we admire the spirit of Ukrainians and the incredible defense they're mounting, we also know that a humanitarian disaster is underway. That's why our government and our federal partners are moving with no delay to get Ukrainian families out of danger zones and into Ontario through an emergency travel authorization. The people of Ukraine will always be welcome here, especially at a time when our government is facing historic labor shortages. Ukrainian applicants to Ontario's immigration nominee program are now receiving priority processing. We're also launching a dedicated hotline and email address to connect Ukrainian newcomers with local employers to help find them a job. The number is 1-888-562-4769. I'll repeat that. It's 1-888-562-4769.
4769, and the email is ukrainianjobs@ontario.ca. ਪੰਜਾਬਣ ਦੇ ਕਤਲ ਦੇ ਮਾਮਲੇ ਦੇ ਵਿੱਚ ਹੁਣ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ। ਦਰਅਸਲ ਹਰਮਨਦੀਪ ਨਾਮ ਦੀ ਇੱਕ ਪੰਜਾਬਣ ਦੇ ਉੱਪਰ ਹਮਲਾ ਕੀਤਾ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ ਤੇ ਹੁਣ ਇਸ ਬਾਰੇ ਅਪਡੇਟ ਸਾਹਮਣੇ ਆਈ ਹੈ ਕਿ ਜਿਸ ਦੇ ਉੱਪਰ ਚਾਰजेस ਲਗਾਏ ਗਏ ਸਨ ਉਸ ਨੂੰ ਗਿਲਟੀ ਪਾਇਆ ਗਿਆ। ਕੈਨੇਡਾ ਤੋਂ ਇੱਕ ਪੰਜਾਬਣ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ਦੇ ਸੰਬੰਧ ਵਿੱਚ ਪੁਲਿਸ ਵੱਲੋਂ ਹੁਣ ਵੱਡੀ ਕਾਰਵਾਈ ਕੀਤੀ ਗਈ ਹੈ। ਦਰਅਸਲ ਇੱਥੇ ਇੱਕ 24 ਸਾਲਾ ਹਰਮਨਦੀਪ ਕੌਰ ਦੀ ਫਰਵਰੀ ਮਹੀਨੇ ਦੌਰਾਨ ਹੱਤਿਆ ਕੀਤੀ ਗਈ। ਇਸ ਮਾਮਲੇ ਦੇ ਸੰਬੰਧ ਵਿੱਚ ਇੱਕ ਵਿਅਕਤੀ ਨੂੰ ਹੁਣ ਗਿਲਟੀ ਪਾਇਆ ਗਿਆ, ਜਿਸ ਦੀ ਜਾਣਕਾਰੀ ਬ੍ਰਿਟਿਸ਼ ਕੋਲੰਬੀਆ ਤੋਂ ਸਾਹਮਣੇ ਆਈ ਹੈ। ਜਾਣਕਾਰੀ ਲਈ ਦੱਸ ਦਈਏ ਕਿ ਬ੍ਰਿਟਿਸ਼ ਕੋਲੰਬੀਆ ਦੇ ਕਿਲੋਨਾ ਸ਼ਹਿਰ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਸੀ, ਜਿੱਥੇ ਫਰਵਰੀ ਮਹੀਨੇ ਹਰਮਨਦੀਪ ਕੌਰ ਦਾ ਕਤਲ ਕਰ ਦਿੱਤਾ ਗਿਆ। ਇਸ ਮਾਮਲੇ ਦੇ ਸੰਬੰਧ ਵਿੱਚ ਇੱਕ ਵਿਅਕਤੀ ਨੂੰ ਚਾਰਜ ਕੀਤਾ ਗਿਆ ਸੀ। ਹੁਣ RCMP ਵੱਲੋਂ ਜੋ ਇਸ ਬਾਰੇ ਜਾਣਕਾਰੀ ਦਿੱਤੀ ਗਈ, ਇਸ ਵਿੱਚ ਉਹਨਾਂ ਦੱਸਿਆ ਕਿ ਜਿਸ ਵਿਅਕਤੀ ਨੂੰ ਚਾਰਜ ਕੀਤਾ ਗਿਆ ਉਸ ਨੂੰ ਹਰਮਨਦੀਪ ਕੌਰ ਦੀ ਮੌਤ ਦੇ ਮਾਮਲੇ ਵਿੱਚ ਗਿਲਟੀ ਪਾਇਆ ਗਿਆ ਹੈ। ਜ਼ਿਕਰਯੋਗ ਹੈ ਕਿ 24 ਸਾਲਾ ਹਰਮਨਦੀਪ ਕੌਰ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਦੇ ਓਕਨਾਗਨ ਕੈਂਪਸ ਵਿੱਚ ਸਿਕਿਉਰਿਟੀ ਗਾਰਡ ਦੀ ਨੌਕਰੀ ਕਰਦੀ ਸੀ। 26 ਫਰਵਰੀ ਦੀ ਸਵੇਰ ਉਸ ਦੇ ਉੱਪਰ ਹਮਲਾ ਕੀਤਾ ਗਿਆ, ਜਿਸ ਦੇ ਕਾਰਨ ਹਰਮਨਦੀਪ ਦੀ ਮੌਤ ਹੋ ਗਈ। ਇਸ ਤੋਂ ਬਾਅਦ ਪੁਲਿਸ ਵੱਲੋਂ ਇੱਕ ਵਿਅਕਤੀ ਨੂੰ ਮਾਨਸਿਕ ਸਿਹਤ ਐਕਟ ਅਧੀਨ ਗ੍ਰਿਫਤਾਰ ਕੀਤਾ ਗਿਆ ਸੀ। ਦੱਸਣਯੋਗ ਹੈ ਕਿ ਹਰਮਨਦੀਪ 2015 ਵਿੱਚ ਬਤੌਰ ਅੰਤਰਰਾਸ਼ਟਰੀ ਵਿਦਿਆਰਥਣ ਭਾਰਤ ਤੋਂ ਕੈਨੇਡਾ ਆਈ ਸੀ। ਮੌਤ ਤੋਂ ਕੁਝ ਹਫ਼ਤੇ ਪਹਿਲਾਂ ਹੀ ਉਸ ਨੂੰ ਕੈਨੇਡਾ ਦੀ PR ਮਿਲੀ ਸੀ। ਕੈਨੇਡਾ ਵੱਲੋਂ ਸਖਤੀ ਦੀ ਤਿਆਰੀ ਕੀਤੀ ਜਾ ਰਹੀ ਹੈ। ਇਹ ਸਖਤੀ ਰੂਸ ਦੇ ਖਿਲਾਫ ਹੋਏਗੀ। ਰਸ਼ੀਆ ਦੇ ਅੰਬੈਸਡਰ ਨੂੰ ਸੰਮਨ ਭੇਜੇ ਜਾਣਗੇ, ਜਿਸ ਬਾਰੇ ਫੋਰਨ ਅਫੇਅਰ ਮਿਨਿਸਟਰ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ। ਇਹਨਾਂ ਤੋਂ ਜਿਹੜਾ ਸਵਾਲ ਪੁੱਛਿਆ ਗਿਆ ਸੀ, ਇਸ ਦਾ ਜਵਾਬ ਦਿੰਦਿਆਂ ਜੌਲੀ ਨੇ ਜੋ ਕੁਝ ਵੀ ਕਿਹਾ ਉਹ ਤੁਹਾਨੂੰ ਇਸ ਖਬਰ ਦੇ ਵਿੱਚ ਦੱਸਾਂਗੇ। ਆਟਵਾ ਵੱਲੋਂ ਰਸ਼ੀਆ ਦੇ ਅੰਬੈਸਡਰ ਦੇ ਉੱਪਰ ਕਾਰਵਾਈ ਕੀਤੀ ਜਾਏਗੀ। ਇਸ ਬਾਰੇ ਜੌਲੀ ਵੱਲੋਂ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਗਿਆ ਕਿ ਬੁਚਾ ਦੇ ਵਿੱਚ ਜੋ ਕੁਝ ਵੀ ਹੋਇਆ ਉਸ ਤੋਂ ਬਾਅਦ ਆਟਵਾ ਵੱਲੋਂ ਰਸ਼ੀਆ ਦੇ ਅੰਬੈਸਡਰ ਨੂੰ ਸੰਮਨ ਕੀਤਾ ਜਾਵੇਗਾ। ਜੀ ਹਾਂ, ਫੋਰਨ ਅਫੇਅਰਸ ਮਿਨਿਸਟਰ ਜੌਲੀ ਇਸ ਸਭ ਬਾਰੇ ਗੱਲਬਾਤ ਕਰਦੇ ਹੋਏ ਦਿਖਾਈ ਦਿੱਤੇ। ਬੁਚਾ ਦੇ ਵਿੱਚ ਜੋ ਕੁਝ ਵੀ ਹੋਇਆ ਉਸ ਦੀਆਂ ਤਸਵੀਰਾਂ UN ਨੂੰ ਸੰਬੋਧਿਤ ਕਰਦਿਆਂ ਯੂਕਰੇਨ ਦੇ ਰਾਸ਼ਟਰਪਤੀ ਵੱਲੋਂ ਵੀ ਦਿਖਾਈਆਂ ਗਈਆਂ। ਦੱਸੀਏ ਕਿ ਇਹ ਵਿਚਾਰ ਜੌਲੀ ਵੱਲੋਂ ਨਾਟੋ ਹੈੱਡਕੁਆਰਟਰਸ ਤੋਂ ਸਾਂਝੇ ਕੀਤੇ ਗਏ, ਜਿੱਥੇ ਪੱਤਰਕਾਰਾਂ ਵੱਲੋਂ ਉਹਨਾਂ ਨੂੰ ਸਵਾਲ ਪੁੱਛਿਆ ਗਿਆ ਸੀ। ਇਸ ਤੋਂ ਪਹਿਲਾਂ ਵੀ ਕੈਨੇਡਾ ਵੱਲੋਂ ਕਈ ਵਾਰ ਰੂਸ ਦੇ ਖਿਲਾਫ ਪਾਬੰਦੀਆਂ ਦਾ ਐਲਾਨ ਕੀਤਾ ਗਿਆ। ਹੁਣ ਫੋਰਨ ਅਫੇਅਰ ਮਿਨਿਸਟਰ ਵੱਲੋਂ ਇਸ ਸਭ ਦੇ ਬਾਰੇ ਹੋਰ ਕੀ ਕਿਹਾ ਗਿਆ, ਆਓ ਤੁਹਾਨੂੰ ਸੁਣਾਉਂਦੇ ਹਾਂ ਉਹਨਾਂ ਦੀ ਜ਼ੁਬਾਨੀ। In what we've seen in Bucha, that first and foremost cannot go unpunished. That's exactly why Canada is petitioning the International Criminal Court, and we're also providing expertise to make sure that the investigation is ongoing and ongoing fast. Why? Because we need to collect the evidence, and those who committed these war crimes and crimes against humanity must be held to account. And our goal is to make sure that Ukrainians are able to defend themselves and that we're putting maximum pressure on the Russian regime. Our goal is to suffocate the Russian regime. And so by making weapons available to Ukrainians and by having strong sanctions, we think that this is the best way not only for Ukrainians to be strong on the battlefield, but meanwhile also to make sure that they have a strong position at the negotiation table. ਟਵਿੱਟਰ ਦੇ ਵਿੱਚ ਬਦਲਾਅ ਹੋਵੇਗਾ। ਹੁਣ ਟਵਿੱਟਰ ਦੇ ਵਿੱਚ ਐਡਿਟ ਬਟਨ ਲਿਆਂਦਾ ਜਾ ਸਕਦਾ ਹੈ। ਇਸ ਬਾਰੇ ਟਵਿੱਟਰ ਵੱਲੋਂ ਟਵੀਟ ਕਰਕੇ ਜਾਣਕਾਰੀ ਵੀ ਸਾਂਝੀ ਕੀਤੀ ਗਈ। ਐਲਨ ਮਸਕ ਜਿਹੜੇ ਕਿ ਬੋਰਡ ਆਫ ਡਾਇਰੈਕਟਰਸ ਵਿੱਚ ਸ਼ਾਮਿਲ ਹੋ ਚੁੱਕੇ ਨੇ, ਉਹਨਾਂ ਵੱਲੋਂ ਵੀ ਇਸ ਸੰਬੰਧੀ ਇੱਕ ਪੋਲ ਕਰਵਾਇਆ ਗਿਆ ਸੀ। ਐਲਨ ਮਸਕ ਟਵਿੱਟਰ ਦੇ ਬੋਰਡ ਆਫ ਡਾਇਰੈਕਟਰਸ ਵਿੱਚ ਸ਼ਾਮਿਲ ਹੋ ਗਏ ਤੇ ਹੁਣ ਉਹਨਾਂ ਦਾ ਕਹਿਣਾ ਹੈ ਕਿ ਟਵਿੱਟਰ ਦੇ ਵਿੱਚ ਪਹਿਲਾਂ ਦੇ ਮੁਕਾਬਲੇ ਸੁਧਾਰ ਲਿਆਂਦਾ ਜਾਵੇਗਾ। ਟਵਿੱਟਰ ਵੱਲੋਂ ਤਿਆਰੀ ਕੀਤੀ ਜਾ ਰਹੀ ਹੈ ਕਿ ਉਹ ਹੁਣ ਐਡਿਟ ਬਟਨ ਲੈ ਕੇ ਆਵੇ। ਹੋ ਸਕਦਾ ਹੈ ਕਿ ਆਉਣ ਵਾਲੇ ਮਹੀਨਿਆਂ ਦੌਰਾਨ ਟਵਿੱਟਰ ਦੇ ਵਿੱਚ ਇੱਕ ਨਵਾਂ ਬਟਨ ਸ਼ਾਮਿਲ ਹੋ ਜਾਵੇ ਜੋ ਕਿ ਐਡਿਟ ਦਾ ਹੋਵੇਗਾ। ਇਸ ਬਾਰੇ ਟਵਿੱਟਰ ਵੱਲੋਂ ਮੰਗਲਵਾਰ ਨੂੰ ਟਵੀਟ ਕਰਦਿਆਂ ਜਾਣਕਾਰੀ ਸਾਂਝੀ ਕੀਤੀ ਗਈ, ਜਿਸ ਵਿੱਚ ਉਹਨਾਂ ਕਿਹਾ ਕਿ ਅਸੀਂ ਐਡਿਟ ਬਟਨ ਨੂੰ ਲੈ ਕੇ ਕੰਮ ਕਰ ਰਹੇ ਹਾਂ। ਟਵਿੱਟਰ ਵੱਲੋਂ ਜਲਦ ਹੀ ਇਸ ਫੀਚਰ ਨੂੰ ਟੈਸਟ ਕੀਤਾ ਜਾਵੇਗਾ, ਜੋ ਕਿ ਆਉਣ ਵਾਲੇ ਕੁਝ ਮਹੀਨਿਆਂ ਦੇ ਵਿੱਚ ਹੋਣ ਜਾ ਰਿਹਾ ਹੈ। ਦੱਸ ਦਈਏ ਕਿ ਬਹੁਤ ਸਾਰੇ ਅਜਿਹੇ ਟਵਿੱਟਰ ਯੂਜ਼ਰ ਹਨ ਜਿਨ੍ਹਾਂ ਵੱਲੋਂ ਕਾਫੀ ਲੰਬੇ ਸਮੇਂ ਤੋਂ ਐਡਿਟ ਬਟਨ ਦੀ ਮੰਗ ਕੀਤੀ ਜਾ ਰਹੀ ਹੈ। ਇਸ ਵਿੱਚ ਕੁਝ ਫੇਮਸ ਪਰਸਨੈਲਿਟੀਜ਼ ਵੀ ਸ਼ਾਮਿਲ ਨੇ, ਜਿਵੇਂ ਕਿ ਕਿਮ ਕਰਦਾਸ਼ੀਅਨ, ਆਈਸ-ਟੀ, ਕੈਟੀ ਪੈਰੀ, ਮੈਕਡੋਨਲਡਸ ਕਾਰਪੋਰੇਟ ਅਕਾਊਂਟ। ਇਹਨਾਂ ਸਭ ਵੱਲੋਂ ਕਾਫੀ ਲੰਬੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਸੀ ਕਿ ਟਵਿੱਟਰ ਨੂੰ ਹੁਣ ਐਡਿਟ ਬਟਨ ਲੈ ਕੇ ਆਉਣਾ ਚਾਹੀਦਾ ਹੈ। ਦੱਸ ਦਈਏ ਕਿ ਪਿਛਲੇ ਦਿਨੀ ਐਲਨ ਮਸਕ ਵੱਲੋਂ ਵੀ ਟਵਿੱਟਰ ਦੇ ਰਾਹੀਂ ਇੱਕ ਅਜਿਹਾ ਪੋਲ ਕਰਵਾਇਆ ਗਿਆ, ਜਿਸ ਦੇ ਵਿੱਚ ਉਹਨਾਂ ਵੱਲੋਂ ਪੁੱਛਿਆ ਗਿਆ ਸੀ ਕਿ ਟਵਿੱਟਰ ਦੇ ਉੱਪਰ ਐਡਿਟ ਬਟਨ ਆਉਣਾ ਚਾਹੀਦਾ ਹੈ ਜਾਂ ਫਿਰ ਨਹੀਂ। ਇਸ ਸੰਬੰਧ ਵਿੱਚ 4 ਮਿਲੀਅਨ ਦੇ ਕਰੀਬ ਲੋਕਾਂ ਵੱਲੋਂ ਵੋਟ ਕੀਤੀ ਗਈ।
ਐਲਨ ਮਸਕ ਦਾ ਕਹਿਣਾ ਹੈ ਕਿ ਆਉਣ ਵਾਲੇ ਕੁਝ ਸਮੇਂ ਦੌਰਾਨ ਹੀ ਉਹਨਾਂ ਵੱਲੋਂ ਟਵਿੱਟਰ ਦੇ ਵਿੱਚ ਚੰਗੇ ਬਦਲਾਅ ਕੀਤੇ ਜਾਣਗੇ। ਓਨਟਾਰੀਓ ਤੋਂ ਚੌਥੇ ਟੀਕੇ ਬਾਰੇ ਜਾਣਕਾਰੀ ਸਾਹਮਣੇ ਆ ਰਹੀ ਹੈ, ਜਿੱਥੇ ਕੱਲ ਤੋਂ ਹੀ ਚੌਥਾ ਟੀਕਾ ਲਗਾਉਣ ਦੀ ਸ਼ੁਰੂਆਤ ਕੀਤੀ ਜਾਵੇਗੀ। ਇਹ ਵੈਕਸੀਨ 60 ਸਾਲ ਅਤੇ ਇਸ ਤੋਂ ਵੱਧ ਉਮਰ ਵਾਲਿਆਂ ਨੂੰ ਆਫਰ ਕੀਤੀ ਜਾਵੇਗੀ। ਕਿਵੇਂ ਬੁਕਿੰਗ ਹੋ ਸਕਦੀ ਹੈ, ਇਸ ਖਬਰ ਦੇ ਵਿੱਚ ਤੁਹਾਨੂੰ ਦੱਸਾਂਗੇ। ਓਨਟਾਰੀਓ ਦੇ ਵਿੱਚ ਕੱਲ ਤੋਂ ਕੋਵਿਡ-19 ਵੈਕਸੀਨ ਦਾ ਚੌਥਾ ਟੀਕਾ ਲਗਾਉਣ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਜੀ ਹਾਂ, ਸੂਬੇ ਤੋਂ ਇਹ ਜਾਣਕਾਰੀ ਸਾਹਮਣੇ ਆ ਰਹੀ ਹੈ, ਜਿਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ 60 ਸਾਲ ਅਤੇ ਇਸ ਤੋਂ ਵੱਧ ਉਮਰ ਵਾਲਿਆਂ ਨੂੰ ਚੌਥਾ ਟੀਕਾ ਲਗਾਇਆ ਜਾਵੇਗਾ। ਇਸ ਤੋਂ ਇਲਾਵਾ ਸੂਬੇ ਨੇ ਇਹ ਵੀ ਗੱਲ ਕਹੀ ਹੈ ਕਿ ਆਉਣ ਵਾਲੇ ਦਿਨਾਂ ਦੌਰਾਨ ਇਸ ਦੀ ਐਲੀਜੀਬਿਲਟੀ ਵੀ ਐਕਸਪੈਂਡ ਕੀਤੀ ਜਾਵੇਗੀ। ਕੱਲ ਤੋਂ ਹੀ ਚੌਥੇ ਟੀਕੇ ਦੇ ਵਾਸਤੇ ਅਪਾਇੰਟਮੈਂਟ ਸ਼ੁਰੂ ਹੋ ਜਾਵੇਗੀ। ਇਹ ਅਪਾਇੰਟਮੈਂਟ ਸਵੇਰੇ 8 ਵਜੇ ਤੋਂ ਖੋਲ੍ਹ ਦਿੱਤੀਆਂ ਜਾਣਗੀਆਂ। ਜਿਹੜੇ ਵੀ ਕੋਵਿਡ-19 ਵੈਕਸੀਨ ਦਾ ਚੌਥਾ ਟੀਕਾ ਜਾਣੀ ਕਿ ਬੂਸਟਰ ਡੋਜ਼ ਲਗਵਾਉਣਾ ਚਾਹੁੰਦੇ ਨੇ, ਉਹ 18339433900 ਦੇ ਉੱਪਰ ਕਾਲ ਕਰਕੇ ਰਜਿਸਟ੍ਰੇਸ਼ਨ ਕਰਵਾ ਸਕਣਗੇ। ਹੁਣ ਇਸ ਬਾਰੇ ਓਨਟਾਰੀਓ ਤੋਂ ਹੋਰ ਵਧੇਰੇ ਕੀ ਜਾਣਕਾਰੀ ਸਾਹਮਣੇ ਆਈ ਹੈ, ਆਓ ਤੁਹਾਨੂੰ ਸੁਣਾਉਂਦੇ ਹਾਂ। Very reasonable time. Let's just take a step back for a second and look at that fourth dose program. NACI basically said, this is really for those who are at greatest risk, and that means people who are over the age of 80. And in fact, they said, provinces or jurisdictions should really look at rolling this out to those at greatest risk. And I think that's reasonable. But, when you look at where different jurisdictions have set the cutoff, United States said 50, looks like Ontario is going to say 60. The benefit of this fourth dose is likely not going to be as significant as the benefit of the third dose. But there's probably some benefit based on the data we have to date. Of course, we have to timestamp every conversation because we don't have a full picture of, the best data right now. But anyways, I think it's fair to say that a fourth dose will be beneficial for people who have the greatest risk of hospitalization. NACI says those are people over the age of 80, and of course, people who are severely immunocompromised or in long-term care facilities. And you could consider people a bit younger than that. They also said you can consider giving it to people 70 and up. It looks like Ontario is going to make that cutoff at 60. So I think there's going to be a lot of conversations that people are going to have with their primary care provider to say, is this right for me? Do I have risk factors? Would I benefit significantly from this fourth dose? ਬ੍ਰਿਟਿਸ਼ ਕੋਲੰਬੀਆ ਵੱਲੋਂ ਜੋ ਕੋਰੋਨਾ ਵਾਇਰਸ ਕਾਰਨ ਪਾਬੰਦੀਆਂ ਲਗਾਈਆਂ ਗਈਆਂ, ਹੌਲੀ-ਹੌਲੀ ਇਸ ਵਿੱਚ ਰਾਹਤ ਦਿੱਤੀ ਜਾ ਰਹੀ ਹੈ। ਪਰ ਹੁਣ ਇੱਕ ਹੋਰ ਵੱਡੀ ਰਾਹਤ ਦਾ ਐਲਾਨ ਕਰ ਦਿੱਤਾ ਗਿਆ। ਕਈ ਥਾਵਾਂ ਤੇ ਜੋ ਵੈਕਸੀਨੇਸ਼ਨ ਦਾ ਪ੍ਰੂਫ ਮੰਗਿਆ ਜਾ ਰਿਹਾ ਸੀ, ਉਸ ਨੂੰ ਹੁਣ ਖਤਮ ਕੀਤਾ ਜਾ ਰਿਹਾ ਹੈ, ਜਿਸ ਬਾਰੇ ਸੂਬੇ ਤੋਂ ਜਾਣਕਾਰੀ ਸਾਹਮਣੇ ਆਈ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਕੋਰੋਨਾ ਵਾਇਰਸ ਕਾਰਨ ਲਗਾਈ ਗਈ ਇੱਕ ਹੋਰ ਪਾਬੰਦੀ ਖਤਮ ਕੀਤੀ ਜਾ ਰਹੀ ਹੈ। ਹੁਣ ਇੱਥੇ ਵੈਕਸੀਨ ਕਾਰਡ ਦੀ ਜ਼ਰੂਰਤ ਨਹੀਂ ਹੋਵੇਗੀ। ਸੂਬੇ ਤੋਂ ਜੋ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ, ਉਸ ਮੁਤਾਬਕ 8 ਅਪ੍ਰੈਲ ਤੋਂ ਵੈਕਸੀਨ ਕਾਰਡ ਦੀ ਰਿਕੁਆਇਰਮੈਂਟ ਨੂੰ ਖਤਮ ਕੀਤਾ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਬ੍ਰਿਟਿਸ਼ ਕੋਲੰਬੀਆ ਸਰਕਾਰ ਵੱਲੋਂ ਹੁਣ ਅਲੱਗ-ਅਲੱਗ ਥਾਵਾਂ ਦੇ ਉੱਪਰ ਜੋ ਪ੍ਰੂਫ ਆਫ ਵੈਕਸੀਨੇਸ਼ਨ ਜ਼ਰੂਰੀ ਕੀਤਾ ਗਿਆ ਸੀ, ਇਸ ਨੂੰ ਖਤਮ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਪ੍ਰੋਵਿੰਸ਼ੀਅਲ ਹੈਲਥ ਆਫਿਸਰ ਡਾਕਟਰ ਬੋਨੀ ਹੈਨਰੀ ਵੱਲੋਂ ਤਾਜ਼ਾ ਅੰਕੜੇ ਪੇਸ਼ ਕੀਤੇ ਗਏ, ਜਿਸ ਵਿੱਚ ਉਹਨਾਂ ਨੇ ਮੌਜੂਦਾ ਹਾਲਾਤਾਂ ਦਾ ਜ਼ਿਕਰ ਕੀਤਾ। ਇਸ ਤੋਂ ਇਲਾਵਾ ਦੱਸ ਦਈਏ ਕਿ ਹੁਣ ਕੈਨੇਡਾ ਦੇ ਵਿੱਚ ਵੱਡੀ ਉਮਰ ਦੇ ਲੋਕਾਂ ਨੂੰ ਕੋਵਿਡ-19 ਵੈਕਸੀਨ ਦਾ ਚੌਥਾ ਟੀਕਾ ਲਗਾਉਣ ਦੀ ਵੀ ਸ਼ੁਰੂਆਤ ਕੀਤੀ ਜਾ ਰਹੀ ਹੈ। NACI ਵੱਲੋਂ ਇਸ ਬਾਰੇ ਆਪਣੀ ਗਾਈਡੈਂਸ ਜਾਰੀ ਕਰ ਦਿੱਤੀ ਗਈ ਹੈ, ਜਿਸ ਦੇ ਵਿੱਚ ਉਹਨਾਂ ਨੇ ਕਹਿ ਦਿੱਤਾ ਕਿ ਜਿਹੜੇ ਵੱਡੀ ਉਮਰ ਦੇ ਲੋਕ ਨੇ ਉਹ ਕੋਵਿਡ-19 ਵੈਕਸੀਨ ਦਾ ਚੌਥਾ ਟੀਕਾ ਤੇ ਦੂਸਰਾ ਬੂਸਟਰ ਡੋਜ਼ ਜਿਹੜਾ ਹੈ ਉਸ ਨੂੰ ਹਾਸਲ ਕਰ ਸਕਦੇ ਨੇ। ਇਸ ਤੋਂ ਪਹਿਲਾਂ ਅਮਰੀਕਾ ਦੇ ਵਿੱਚ ਕੋਵਿਡ-19 ਵੈਕਸੀਨ ਦੇ ਚੌਥੇ ਟੀਕੇ ਨੂੰ ਮਨਜ਼ੂਰੀ ਦਿੱਤੀ ਗਈ ਹੈ ਤੇ ਹੁਣ ਜਲਦ ਹੀ ਕੈਨੇਡਾ ਦੇ ਵਿੱਚ ਵੀ ਇਹ ਚੌਥਾ ਟੀਕਾ ਲਗਾਉਣ ਦੀ ਸ਼ੁਰੂਆਤ ਕਰ ਦਿੱਤੀ ਜਾਏਗੀ। ਓਨਟਾਰੀਓ ਤੋਂ ਇਸ ਬਾਰੇ ਪਹਿਲਾਂ ਹੀ ਜਾਣਕਾਰੀ ਸਾਹਮਣੇ ਆ ਚੁੱਕੀ ਹੈ, ਜਿਸ ਦੇ ਵਿੱਚ ਦੱਸਿਆ ਗਿਆ ਕਿ ਕੱਲ ਤੋਂ ਇਹ ਟੀਕਾ ਲਗਾਉਣ ਦੀ ਸ਼ੁਰੂਆਤ ਹੋ ਜਾਵੇਗੀ। ਵਿਸ਼ਵ ਦੇ ਵਿੱਚ ਪਹਿਲਾਂ ਦੇ ਮੁਕਾਬਲੇ ਕੋਰੋਨਾ ਵਾਇਰਸ ਦੇ ਮਾਮਲੇ ਘੱਟ ਹੋਣ ਲੱਗੇ ਨੇ, ਇਹ ਕਹਿਣਾ ਹੈ ਵਿਸ਼ਵ ਸਿਹਤ ਸੰਗਠਨ ਦਾ। ਇਸ ਤੋਂ ਇਲਾਵਾ ਉਹਨਾਂ ਜਾਣਕਾਰੀ ਦਿੱਤੀ ਕਿ ਕੋਰੋਨਾ ਵਾਇਰਸ ਕਾਰਨ ਹੋ ਰਹੀਆਂ ਮੌਤਾਂ ਦੇ ਅੰਕੜਿਆਂ ਦੇ ਵਿੱਚ ਵੀ ਪਹਿਲਾਂ ਦੇ ਮੁਕਾਬਲੇ ਗਿਰਾਵਟ ਆਈ ਹੈ। ਵਿਸ਼ਵ ਵਿੱਚ ਇਸ ਸਮੇਂ ਕੋਰੋਨਾ ਵਾਇਰਸ ਦੇ ਕੀ ਹਾਲਾਤ ਬਣੇ ਹੋਏ ਨੇ, ਇਸ ਬਾਰੇ WHO ਵੱਲੋਂ ਜਾਣੂ ਕਰਵਾਇਆ ਗਿਆ। WHO ਦਾ ਕਹਿਣਾ ਹੈ ਕਿ ਵਿਸ਼ਵ ਦੇ ਵਿੱਚ ਹੁਣ ਪਹਿਲਾਂ ਦੇ ਮੁਕਾਬਲੇ ਕੋਰੋਨਾ ਵਾਇਰਸ ਦੇ ਮਾਮਲੇ ਘੱਟ ਹੋਣ ਲੱਗੇ ਨੇ ਤੇ ਦੂਜੇ ਪਾਸੇ ਕੋਰੋਨਾ ਕਾਰਨ ਹੋ ਰਹੀਆਂ ਮੌਤਾਂ ਦੇ ਵਿੱਚ ਵੀ ਗਿਰਾਵਟ ਦਰਜ ਕੀਤੀ ਗਈ। ਉਹਨਾਂ ਦੇ ਦੱਸਣ ਮੁਤਾਬਕ ਲਗਾਤਾਰ ਅਜਿਹਾ ਦੂਸਰੇ ਹਫ਼ਤੇ ਦੌਰਾਨ ਹੋਇਆ ਜਦੋਂ ਕੋਰੋਨਾ ਵਾਇਰਸ ਦੇ ਮਾਮਲੇ ਪਹਿਲਾਂ ਦੇ ਮੁਕਾਬਲੇ ਘੱਟ ਹੋਏ ਹੋਣ। ਜੋ ਤਾਜ਼ਾ ਰਿਪੋਰਟ ਪੇਸ਼ ਕੀਤੀ ਗਈ ਉਸ ਵਿੱਚ ਦੱਸਿਆ ਗਿਆ ਕਿ ਪਹਿਲਾਂ ਦੇ ਮੁਕਾਬਲੇ ਕੇਸਸ ਦੇ ਵਿੱਚ 16% ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਸ ਤੋਂ ਇਲਾਵਾ ਉਹਨਾਂ ਵੱਲੋਂ ਕੋਵਿਡ-19 ਵੇਰੀਐਂਟਸ ਦੇ ਉੱਪਰ ਵੀ ਨਜ਼ਰ ਬਣਾਈ ਹੋਈ ਹੈ। WHO ਵੱਲੋਂ ਇਸ ਬਾਰੇ ਹੋਰ ਕੀ ਕਿਹਾ ਗਿਆ, ਆਓ ਤੁਹਾਨੂੰ ਸੁਣਾਉਂਦੇ ਹਾਂ ਉਹਨਾਂ ਦੀ ਜ਼ੁਬਾਨੀ। This is our third strategic plan for COVID-19, and it could end, should be should be our last. It lays out 3 possible scenarios
for how the pandemic could evolve this year. Based on what we know now, the most likely scenario is that the virus continues to evolve, but the severity of disease it causes reduces over time as immunity increases due to vaccination and infection. Periodic spikes in cases and deaths may occur as immunity wanes, which may require periodic boosting for vulnerable populations. In the best case scenario, we may see less severe variants emerge and boosters or new formulations of vaccines won't be necessary. In the worst case scenario, a more virulent and highly transmissible variant emerges. Against this new threat, people's protection against severe disease and death, either from prior vaccination or infection, will wane rapidly. Addressing this situation would require significantly altering the current vaccines and making sure they get to the people who are most vulnerable to severe disease. ਸਰੀ ਤੋਂ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਬਾਰੇ ਪੁਲਿਸ ਦਾ ਕਹਿਣਾ ਹੈ ਕਿ ਜੋ ਇਸ ਦੌਰਾਨ ਜ਼ਖਮੀ ਹੋਇਆ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਫਿਲਹਾਲ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਉਹਨਾਂ ਵੱਲੋਂ ਇਸ ਬਾਰੇ ਅਜੇ ਜ਼ਿਆਦਾ ਡਿਟੇਲ ਸਾਂਝੀ ਨਹੀਂ ਕੀਤੀ ਗਈ। ਸਾਊਥ ਸਰੀ ਤੋਂ ਸਵੇਰੇ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ, ਜਿਸ ਦੀ ਜਾਂਚ ਹੁਣ ਇੰਟੀਗ੍ਰੇਟਿਡ ਹੋਮਿਸਾਈਡ ਇਨਵੈਸਟੀਗੇਸ਼ਨ ਟੀਮ ਵੱਲੋਂ ਕੀਤੀ ਜਾ ਰਹੀ ਹੈ। ਉਹਨਾਂ ਵੱਲੋਂ ਦੱਸਿਆ ਗਿਆ ਕਿ ਇਹ ਗੋਲੀਆਂ ਚੱਲਣ ਦਾ ਮਾਮਲਾ ਪੈਨਨਸੂਲਾ ਵਿਲੇਜ ਤੋਂ ਸਾਹਮਣੇ ਆਇਆ। ਸਰੀ ਆਰਸੀਐਮਪੀ ਦੇ ਦੱਸਣ ਮੁਤਾਬਕ ਇਹ ਘਟਨਾ 1:30 ਦੇ ਕਰੀਬ 24 ਐਵਨਿਊ ਦੇ 15200 ਬਲਾਕ ਦੇ ਵਿੱਚ ਵਾਪਰੀ। ਜਦੋਂ ਆਫੀਸਰਸ ਘਟਨਾ ਵਾਲੀ ਥਾਂ ਦੇ ਉੱਪਰ ਪਹੁੰਚੇ ਤਾਂ ਉਹਨਾਂ ਦੇਖਿਆ ਕਿ ਇੱਥੇ 33 ਸਾਲਾ ਵਿਅਕਤੀ ਜ਼ਖਮੀ ਹਾਲਤ ਵਿੱਚ ਪਿਆ ਸੀ। ਇਸ ਪੀੜਤ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਜਿਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇੱਕ ਨਿਊਜ਼ ਰਿਲੀਜ਼ ਦੇ ਵਿੱਚ ਦੱਸਿਆ ਗਿਆ ਕਿ ਇਸ ਪੀੜਤ ਦਾ ਬਚਣਾ ਬਹੁਤ ਜ਼ਿਆਦਾ ਔਖਾ ਹੈ। ਹੁਣ ਇਸ ਇਨਸੀਡੈਂਟ ਦੇ ਬਾਰੇ ਪੁਲਿਸ ਵੱਲੋਂ ਪੜਤਾਲ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਇਹ ਸਪਸ਼ਟ ਕੀਤਾ ਗਿਆ ਹੈ ਕਿ ਇਹ ਕੋਈ ਰੈਂਡਮ ਮਾਮਲਾ ਨਹੀਂ ਹੈ, ਪਰ ਅਜੇ ਪੀੜਤ ਦਾ ਨਾਮ ਉਹਨਾਂ ਵੱਲੋਂ ਜਨਤਕ ਨਹੀਂ ਕੀਤਾ ਗਿਆ ਤੇ ਨਾ ਹੀ ਇਸ ਬਾਰੇ ਹੋਰ ਵਧੇਰੇ ਜਾਣਕਾਰੀ ਦਿੱਤੀ ਗਈ ਹੈ। ਹੁਣ ਮਾਮਲੇ ਦੀ ਜਾਂਚ ਆਈਹਿਟ ਵੱਲੋਂ ਕੀਤੀ ਜਾ ਰਹੀ ਹੈ। ਉਹਨਾਂ ਦਾ ਕਹਿਣਾ ਹੈ ਕਿ ਜੇਕਰ ਕਿਸੇ ਨੂੰ ਵੀ ਇਸ ਬਾਰੇ ਕੋਈ ਜਾਣਕਾਰੀ ਹੋਵੇ ਤਾਂ 1877 551 4448 ਦੇ ਉੱਪਰ ਕਾਲ ਕਰਕੇ ਇਨਫੋਰਮੇਸ਼ਨ ਸਾਂਝੀ ਕੀਤੀ ਜਾ ਸਕਦੀ ਹੈ। ਫਿਲਹਾਲ ਬਾਕੀ ਇਨਫੋਰਮੇਸ਼ਨ ਨਹੀਂ ਦਿੱਤੀ ਗਈ, ਮਾਮਲੇ ਦੀ ਪੜਤਾਲ ਜਾਰੀ ਹੈ। ਇਸ ਖਬਰ ਵਿੱਚ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਕੈਨੇਡਾ ਦੇ ਕਿਹੜੇ ਹਿੱਸੇ ਤੋਂ ਕਿੰਨੇ ਕਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ। ਇਸ ਸਮੇਂ ਕੈਨੇਡਾ ਵਿੱਚ ਕਰੋਨਾ ਵਾਇਰਸ ਦੇ ਕੀ ਹਾਲਾਤ ਬਣੇ ਹੋਏ ਨੇ, ਕੀ ਸਥਿਤੀ ਬਣੀ ਹੋਈ ਹੈ, ਤੁਹਾਨੂੰ ਦੱਸਾਂਗੇ ਇਸ ਖਬਰ ਵਿੱਚ। ontario ਦੇ ਹਸਪਤਾਲ ਵਿੱਚ 1000 ਤੋਂ ਵੱਧ ਮਰੀਜ਼ਾਂ ਦੀ ਗਿਣਤੀ ਹੈ, ਜਿਨ੍ਹਾਂ ਦਾ ਕੋਵਿਡ ਕਰਕੇ ਇਲਾਜ ਚੱਲ ਰਿਹਾ ਹੈ। ਹਸਪਤਾਲ ਵਿੱਚ 1074 ਮਰੀਜ਼ ਹਨ। ਇੱਥੇ ਇੰਟੈਂਸਿਵ ਕੇਅਰ ਅਧੀਨ 168 ਦੀ ਗਿਣਤੀ ਦੱਸੀ ਗਈ। ਬੀਤੇ 24 ਘੰਟਿਆਂ ਦੌਰਾਨ ਇਸ ਪ੍ਰੋਵਿੰਸ ਤੋਂ 3000 ਤੋਂ ਜ਼ਿਆਦਾ ਮਾਮਲੇ ਦਰਜ ਕੀਤੇ ਗਏ। 24 ਘੰਟਿਆਂ ਦੌਰਾਨ ਇੱਥੇ 3444 ਕਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ, ਜਿਸ ਤੋਂ ਬਾਅਦ ਹੁਣ ਤੱਕ ਦਾ ਮੌਤਾਂ ਦਾ ਅੰਕੜਾ 11,80,131 ਦੇ ਉੱਪਰ ਪਹੁੰਚ ਗਿਆ। 24 ਘੰਟਿਆਂ ਦੌਰਾਨ 32 ਮੌਤਾਂ ਇਸ ਵਾਇਰਸ ਕਾਰਨ ਹੋਈਆਂ, ਜਿਸ ਤੋਂ ਬਾਅਦ ਮੌਤਾਂ ਦਾ ਅੰਕੜਾ 12,511 ਦੇ ਕਰੀਬ ਪਹੁੰਚ ਗਿਆ ਹੈ। ਰਿਕਵਰਡ ਕੇਸਿਸ ਦੀ ਗਿਣਤੀ 11,42,051 ਦੱਸੀ ਗਈ। ਵੈਕਸੀਨੇਸ਼ਨ ਦੀ ਇਨਫੋਰਮੇਸ਼ਨ ਮੁਤਾਬਕ ਜਿਨ੍ਹਾਂ ਦੀ ਉਮਰ 12 ਸਾਲ ਤੇ ਇਸ ਤੋਂ ਵੱਧ ਹੈ, ਉਹਨਾਂ ਵਿੱਚ 91% ਇਸ ਸਮੇਂ ਫੁੱਲੀ ਵੈਕਸੀਨੇਟਡ ਨੇ। 92.9% ਵੱਲੋਂ ਕੋਵਿਡ-19 ਵੈਕਸੀਨ ਦੀ ਪਹਿਲੀ ਡੋਜ਼, 55.7% ਵੱਲੋਂ ਕੋਵਿਡ-19 ਵੈਕਸੀਨ ਦੀਆਂ 3 ਡੋਜ਼ਸ ਹਾਸਲ ਕੀਤੀਆਂ ਗਈਆਂ। 5 ਸਾਲ ਤੋਂ 11 ਸਾਲ ਵਾਲਿਆਂ 'ਚ 55.7% ਨੇ ਕੋਵਿਡ-19 ਵੈਕਸੀਨ ਦੀ ਪਹਿਲੀ ਡੋਜ਼, 33.7% ਵੱਲੋਂ ਕੋਵਿਡ-19 ਵੈਕਸੀਨ ਦੇ ਦੋਨੋਂ ਟੀਕੇ ਹਾਸਲ ਕੀਤੇ ਗਏ। ontario ਤੋਂ ਅੱਜ ਜੋ ਜਾਣਕਾਰੀ ਸਾਹਮਣੇ ਆਈ, ਉਸ ਮੁਤਾਬਕ ਜਲਦ ਹੀ ਕੋਵਿਡ-19 ਵੈਕਸੀਨ ਦਾ ਚੌਥਾ ਟੀਕਾ ਲਗਾਉਣ ਦੀ ਵੀ ਸ਼ੁਰੂਆਤ ਕੀਤੀ ਜਾ ਰਹੀ ਹੈ, ਜਿੱਥੇ ਕੱਲ੍ਹ ਤੋਂ ਹੀ ਇਹ ਡੋਜ਼ ਆਫਰ ਕੀਤਾ ਜਾਵੇਗਾ। ਕਿਬੇਕ ਦੇ ਵਿੱਚ ਵੀ ਪਹਿਲਾਂ ਦੇ ਮੁਕਾਬਲੇ ਕਰੋਨਾ ਵਾਇਰਸ ਦੇ ਮਾਮਲੇ ਵਧ ਰਹੇ ਨੇ, ਜਿੱਥੇ ਹਸਪਤਾਲ ਵਿੱਚ 1000 ਤੋਂ ਵੱਧ ਮਰੀਜ਼ ਨੇ। ਇੱਥੇ ਹਸਪੀਟਲ ਅੰਦਰ 1540 ਮਰੀਜ਼ਾਂ ਦੀ ਗਿਣਤੀ ਦੱਸੀ ਗਈ ਤੇ 66 ਇੰਟੈਂਸਿਵ ਕੇਅਰ ਅਧੀਨ ਹਨ। 24 ਘੰਟੇ ਦੌਰਾਨ 3761 ਕਰੋਨਾ ਵਾਇਰਸ ਦੇ ਮਾਮਲੇ ਰਿਕਾਰਡ ਹੋਏ ਤੇ 12 ਮੌਤਾਂ ਇਨ੍ਹਾਂ 24 ਘੰਟਿਆਂ ਦੌਰਾਨ ਵਾਇਰਸ ਕਾਰਨ ਹੋ ਗਈਆਂ। ਪੈਂਡੈਮਿਕ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ 9,85,300 ਕਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆ ਚੁੱਕੇ ਨੇ। 14,454 ਮੌਤਾਂ ਇਸ ਵਾਇਰਸ ਕਾਰਨ ਹੋ ਚੁੱਕੀਆਂ ਨੇ।
ਵੈਕਸੀਨੇਸ਼ਨ ਦੀ ਜਾਣਕਾਰੀ ਮੁਤਾਬਕ ਜਿਨ੍ਹਾਂ ਦੀ ਉਮਰ 5 ਸਾਲ ਅਤੇ ਇਸ ਤੋਂ ਵੱਧ ਹੈ ਉਹਨਾਂ ਵਿੱਚ 91% ਦੀ ਆਬਾਦੀ ਵੱਲੋਂ ਕੋਵਿਡ-19 ਵੈਕਸੀਨ ਦਾ ਇੱਕ ਟੀਕਾ, 87% ਦੀ ਆਬਾਦੀ ਵੱਲੋਂ ਕੋਵਿਡ-19 ਵੈਕਸੀਨ ਦੇ 2 ਟੀਕੇ ਤੇ 53% ਦੀ ਆਬਾਦੀ ਵੱਲੋਂ ਕੋਵਿਡ-19 ਵੈਕਸੀਨ ਦੇ 3 ਡੋਜ਼ਸ ਹਾਸਲ ਕੀਤੇ ਜਾ ਚੁੱਕੇ ਨੇ। ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਇਮੀਗ੍ਰੇਸ਼ਨ ਫੀਸ ਦੇ ਵਿੱਚ ਵਾਧਾ, ਨਵੀਂ ਲਿਸਟ ਹੋਈ ਜਾਰੀ। ਹੈਮਬੋਲਡ ਬ੍ਰੋਨੋਕੋਸ ਹਾਦਸੇ ਨੂੰ ਹੋਏ 4 ਸਾਲ, ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸਾਂਝੀ ਕੀਤੀ ਪੋਸਟ। ਇਸ ਵਾਰ ਦਾ ਬਜਟ ਹੋਵੇਗਾ ਖਾਸ, ਜਾਣੋ ਕਿਹਨਾਂ ਤੇ ਲੱਗੇਗੀ ਰੋਕ। $300 ਮਿਲੀਅਨ ਦੀ ਮਦਦ ਦਾ ਐਲਾਨ, ਜਾਣੋ ਯੂਕਰੇਨ ਵਾਸੀ ਕਿਵੇਂ ਲੈ ਸਕਣਗੇ ਨੌਕਰੀ। ਪੰਜਾਬਣ ਦੇ ਕਤਲ ਦਾ ਮਾਮਲਾ, ਪੁਲਿਸ ਨੇ ਕੀਤੀ ਕਾਰਵਾਈ। ਖਬਰਾਂ ਦੇ ਇਸ ਬੁਲੇਟਿਨ ਵਿੱਚ ਇੰਨਾ ਹੀ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਸੰਗੇੜਾ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ ਟੀਵੀ ਪੰਜਾਬ।